ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ मैं नाही कछो नहीं किछ आहना मोरा अवसर लज्जा राख लिहो सदना जन तोरा। जागत जो सतगुरु धन श्री गुरु ग्रंथ साहिब पातशाह जी दी पावन हसूरी जुड़ बैठे समूह गुरमुख प्यारे ਅਤੇ देश प्रदेश ਦੇ ਵਿੱਚ ਪਾਤਸ਼ਾਹ ਜੀ ਦੀ ਸਤਸੰਗੀ ਹਾਜ਼ਰੀ ਭਰ ਰਹੇ ਸਮੂਹ ਗੁਰਮੁਖ ਪਿਆਰੇ ਸਤਸੰਗੀ ਜਨੋ, ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਸਾਹਿਬਾਂ ਦੇ ਸਤਸੰਗ ਹਾਜ਼ਰੀਆਂ ਭਰਦਿਆਂ ਹੋਇਆਂ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਗੁਰੂ ਦਰ ਤੋਂ ਵਰੋਸਾਏ ਹੋਏ ਗੁਰੂ ਦੇ ਪਿਆਰ ਵਿੱਚ, ਗੁਰੂ ਦੇ ਦ੍ਰਿੜ ਭਰੋਸੇ ਵਿੱਚ, ਗੁਰੂ ਕੋਲੋਂ ਲੋਕ ਸੁਖੀਆ ਪਰਲੋਕ ਸੁਹੇਲਾ ਕਰਾਉਣ ਦੀ ਇੱਛਾ ਨਾਲ ਆਏ ਹੋਏ ਭੱਟ ਸਾਹਿਬਾਨ, ਉਹਨਾਂ ਵਿੱਚੋਂ ਗੁਰੂ ਸਵਾਰੇ ਭੱਟ ਨਲ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਅੰਮ੍ਰਿਤ ਬਚਨ ਸਵਈਏ ਦੇ ਰੂਪ ਵਿੱਚ, ਰੱਡ ਕਾਵਿ ਛੰਦ ਦੇ ਰੂਪ ਵਿੱਚ ਗੁਰੂ ਸਵਾਰੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਮੁੱਖ ਗ੍ਰੰਥੀ ਹੋਰਾਂ ਕੋਲੋਂ ਆਪਾਂ ਨੇ ਸ਼ਰਵਣ ਕੀਤਾ ਹੈ। ਇਸ ਪਾਵਨ ਬਚਨ ਦੇ ਵਿੱਚ ਭੱਟ ਸਾਹਿਬ ਨੇ ਜੋ ਕੁਛ ਗੁਰੂ ਦੀ ਸੰਗਤ ਵਿੱਚ ਆ ਕੇ ਆਨੰਦ ਮਾਣਿਆ, ਟਿਕਾਓ ਅਡੋਲਤਾ ਸਹਿਜ ਸਦੀ ਪ੍ਰਾਪਤੀ ਕੀਤੀ, ਪਿਛਲੇ ਜੀਵਨ ਵਿੱਚ ਜੋ ਕੁਛ ਅਗਿਆਨਤਾ, ਨਾ ਸਮਝੀਆਂ, ਅਵੇਸਲਾਪਣ, ਬੇਧਿਆਨਾਪਣ ਸੀ, ਉਹਦੇ ਕਰਕੇ ਜਿਹੜੀ ਭਟਕਣਾ ਬੇਚੈਨੀ ਪੈਦਾ ਹੋਈ ਸੀ, ਉਹਦੀ ਨਿਵਰਤੀ ਨੂੰ ਤੇ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਉਪਦੇਸ਼ ਰਾਹੀਂ ਆਪਣੇ ਜੀਵਨ ਨੂੰ ਆਨੰਦਮਈ ਅਵਸਥਾ ਦਾ ਧਾਰਨੀ ਬਣਦਿਆਂ ਅਨੁਭਵ ਕੀਤਾ, ਤਾਂ ਉਹਨਾਂ ਨੇ ਗੁਰੂ ਦੀ ਅਨੰਤ ਸਿਫਤਾਂ ਵਾਲੀ ਮਹਿਮਾ ਨੂੰ ਗਾਇਨ ਕੀਤਾ। ਮੈਂ ਬੇਨਤੀ ਕੱਲ੍ਹ ਵੀ ਕੀਤੀ ਸੀ ਕਿ ਗੁਰੂ ਭਾਵੇਂ ਸਾਡੇ ਵਾਂਗ ਪੰਜ ਭੂਤਕ ਸਰੀਰਾਂ ਦੇ ਵਿੱਚ ਵਾਹਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਮਰਜ਼ਾਦਾ ਅਨੁਸਾਰ ਇੱਥੇ ਆਉਂਦੇ ਨੇ, ਪਰ ਉਹ ਗੁਰੂ ਉਸ ਵੇਲੇ ਗੁਰੂ ਨੇ ਜਦੋਂ ਪਰਮ ਪਿਤਾ ਪਰਮਾਤਮਾ ਦੀ ਗੁਰੂ ਦੀ ਅਗਵਾਈ ਵਿੱਚ ਕੀਤੀ ਹੋਈ ਭਜਨ ਬੰਦਗੀ ਰਾਹੀਂ ਆਪਣੇ ਆਪ ਨੂੰ ਗੁਰੂ ਵਾਹਿਗੁਰੂ ਜੀ ਦੀ ਜੋਤ ਨਾਲ ਪ੍ਰਕਾਸ਼ਮਾਨ ਕਰ ਲੈਂਦੇ ਨੇ। ਆਮ ਮਨੁੱਖਾਂ ਵਿੱਚ ਤੇ ਸਤਿਗੁਰੂ ਦੇ ਵਿੱਚ ਇਹੀ ਫਰਕ ਹੈ ਕਿ ਅਸੀਂ ਮਨੁੱਖਾ ਸਰੀਰ ਵਿੱਚ ਤੇ ਆ ਗਏ, ਪਰ ਨਾ ਤਾਂ ਸਾਨੂੰ ਆਪਣੇ ਇਸ ਮਨੁੱਖੀ ਸਰੀਰ ਵਿੱਚ ਆਉਣ ਦਾ ਮਕਸਦ ਪਤਾ ਲੱਗਿਆ, ਨਾ ਸਾਨੂੰ ਇਹ ਪਤਾ ਲੱਗਿਆ ਕਿ ਇਸ ਸਰੀਰ ਦਾ ਬਖਸ਼ਣਹਾਰਾ ਕੌਣ ਹੈ, ਮੇਰਾ ਇਸ ਸਰੀਰ ਨਾਲ ਸੰਬੰਧ ਕੀ ਹੈ, ਮੈਂ ਕੌਣ ਹਾਂ। ਇਹ ਸੰਸਾਰ
ਜਿਹਦੇ ਵਿੱਚ ਮੇਰਾ ਪਰਿਵਾਰ ਕਿਹਾ ਜਾਂਦਾ, ਮੇਰੇ ਰਿਸ਼ਤੇਦਾਰ, ਭਾਈ ਬੰਦੀ, ਸੰਬੰਧੀ, ਮਿੱਤਰ ਪਿਆਰੇ ਤੇ ਹੋਰ ਸੰਸਾਰ ਦੇ ਅਣਗਿਣਤ ਮਨੁੱਖ ਤੇ ਜੀਵ ਜੰਤੂ, ਇਹ ਦਿਸਦਾ ਪਸਾਰਾ, ਇਹਦੇ ਨਾਲ ਮੇਰਾ ਕੀ ਰਿਸ਼ਤਾ ਹੈ? ਮੈਂ ਕੀ ਕਰਨਾ ਇਸ ਸੰਸਾਰ ਦੇ ਵਿੱਚ ਆ ਕੇ? ਮੇਰੇ ਅੰਦਰ ਕਿਉਂ ਆਨੰਦਮਈ ਅਵਸਥਾ ਵਿੱਚ ਜਿਉਣ ਦੀ ਭਾਵਨਾ ਪੈਦਾ ਹੁੰਦੀ ਹੈ? ਮੈਂ ਕਿਉਂ ਦੁਖੀ ਨਹੀਂ ਹੋਣਾ ਚਾਹੁੰਦਾ? ਮੈਂ ਕਿਉਂ ਚਿੰਤਾਤੁਰ, ਫਿਕਰਮੰਦ ਹੋ ਕੇ ਡਰਿਆ ਸਹਿਮਿਆ ਕਿਉਂ ਨਹੀਂ ਜੀਵਨ ਜਿਉਣਾ ਚਾਹੁੰਦਾ? ਕਿਉਂ ਨਹੀਂ ਇਸ ਤਰ੍ਹਾਂ ਦੀ ਬਿਰਤੀ ਦੇ ਵਿੱਚ ਮੈਂ ਜਿਉਣਾ ਚਾਹੁੰਦੀ? ਇਹ ਪ੍ਰਸ਼ਨ ਸਾਡੇ ਅੰਦਰ ਅਸੀਂ ਨਹੀਂ ਵਿਚਾਰਦੇ। ਕਦੀ ਕੁਝ ਘੜੀਆਂ ਆਪਣੇ ਆਪ ਨਾਲ ਬੈਠ ਕੇ ਆਤਮ ਚਿੰਤਨ ਨਹੀਂ ਕਰਦੇ। ਦੁੱਖਾਂ ਦੀ ਨਿਵਰਤੀ ਕਿਵੇਂ ਕਰਨੀ ਹੈ? ਸੁੱਖਾਂ ਦੀ ਪ੍ਰਾਪਤੀ, ਆਨੰਦ ਦੀ ਟਿਕਾਊ ਦੀ ਪ੍ਰਾਪਤੀ ਕਿਵੇਂ ਹੋਣੀ ਹੈ? ਜਿਹੜੀ ਮੇਰੀ ਪਹਿਲੀ ਤੇ ਆਖਰੀ ਇੱਛਾ ਹੈ, ਇਹ ਪੂਰਤੀ ਕਿਵੇਂ ਕਰਨੀ ਹੈ? ਕਿਉਂ ਨਹੀਂ ਹੋ ਰਹੀ? ਮੇਰੀ ਸਮਝ, ਮੇਰੀ ਸਮਰੱਥਾ ਨਾਲ ਮੈਂ ਕਿਉਂ ਆਨੰਦਿਤ ਨਹੀਂ ਹੋ ਰਿਹਾ? ਇਸ ਦਾ ਚਿੰਤਨ ਨਹੀਂ ਕਰਦੇ। ਪਰ ਗੁਰੂ ਜਿਹੜੇ ਹੈ ਉਹ ਇਸ ਸੰਸਾਰ ਦੇ ਵਿੱਚ ਭੇਜੇ ਹੀ ਇਸ ਕਰਕੇ ਜਾਂਦੇ ਆ। ਆਏ ਤੇ ਅਸੀਂ ਵੀ ਇਕੱਲੇ ਆਮ ਹੈ ਨਾਨਕਾ ਦੇ ਹੁਕਮ ਵਿੱਚ, ਪਰ ਜਦੋਂ ਸਤਿਗੁਰੂ ਆਉਂਦੇ ਨੇ, ਉਹਨਾਂ ਦੇ ਆਉਣ ਵਿੱਚ ਤੇ ਸਾਡੇ ਆਉਣ ਦੇ ਵਿੱਚ, ਤੇ ਉਹਨਾਂ ਦੀ ਜਾਣ ਵਿੱਚ ਤੇ ਸਾਡੇ ਜਾਣ ਵਿੱਚ ਫਰਕ ਹੈ। ਪਾਤਸ਼ਾਹ ਕਹਿੰਦੇ ਗੁਰੂ ਦੇ ਆਉਣ ਦਾ ਸੱਚ ਇਹ ਹੈ ਕਿ ਉਹ ਸਾਡੇ ਵਾਂਗ ਆਵਾ ਗਾਉਣ ਦੇ ਵਿੱਚ, ਜਨਮ ਮਰਨ ਦੇ ਚੱਕਰ ਵਿੱਚ ਪੈ ਕੇ ਕੇਵਲ ਇਸ ਸੰਸਾਰ ਵਿੱਚ ਮਿਲੇ ਹੋਏ ਜੀਵਨ ਦੇ ਸਮੇਂ ਨੂੰ ਖਾਣਾ ਪੀਣਾ, ਹੱਸਣਾ ਸੌਣਾ ਵਿਸਰ ਗਿਆ ਹੈ। ਮਰਨਾ ਵਾਲੀ ਅਵਸਥਾ ਵਿੱਚ ਆਉਂਦੇ। ਉਹ ਕਾਹਦੇ ਵਾਸਤੇ ਆਉਂਦੇ ਨੇ? ਜਿਵੇਂ ਉਹਨਾਂ ਦੇ ਅੰਦਰ ਕਰਤਾ ਪੁਰਖ ਵਾਹਿਗੁਰੂ ਜੀ, ਸਿਰਜਣਹਾਰ ਜੀ ਦੀ ਪਿਆਰ ਯਾਦ ਗੁਰਮੁਖ ਰੋਮ ਰੋਮ ਹਰ ਧਿਆਵੈ ਵਾਲੀ ਬਣੀ, ਅੰਦਰ ਪ੍ਰਕਾਸ਼ਿਆ ਗਿਆ ਜੋਤ ਨਾਲ, ਜੋਤ ਪ੍ਰਗਟ ਹੋ ਗਈ। ਤੇ ਫਿਰ ਉਸ ਜੋਤ ਨੂੰ, ਉਸ ਰੱਬੀ ਪ੍ਰਕਾਸ਼ ਨੂੰ ਸਾਡੇ ਮਨੁੱਖ ਕਹਾਉਣ ਵਾਲਿਆਂ ਦੀ, ਸਾਡੇ ਸਵਾਸਾਂ ਦੇ ਭਲੇ ਲਈ ਉਹ ਜੋਤ ਨੂੰ ਪ੍ਰਕਾਸ਼ਣ ਲਈ ਆਉਂਦੇ ਨੇ। ਅਸੀਂ ਮਰਨ ਹਾਕੇ ਹੋ ਕੇ ਜੀਵਨ ਜਿਉਣ ਵਾਲੇ, ਝੱਟ ਲੰਘਾਉਣ ਵਾਲੇ, ਉਹਨਾਂ ਨੂੰ ਝੱਟ ਸਫਲਾ ਕਰਨ ਦੀ ਜਾਚ ਸਿਖਾਉਣ ਵਾਸਤੇ ਆਉਂਦੇ ਨੇ। ਬਾਣੀ ਦਾ ਫਰਮਾਨ ਕਿੰਨੀ ਵਾਰੀ ਆਪਾਂ ਪੜਿਆ ਸੁਣਿਆ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਉਹਨਾਂ ਦੇ ਜੀਵਨ ਦਾ ਮਕਸਦ ਆ ਪਰ ਉਪਕਾਰ ਕਰਨਾ, ਵਿਛੜਿਆਂ ਹੋਇਆਂ ਨੂੰ ਮਿਲਾਉਣਾ। ਕਿਹਦੇ ਨਾਲ? ਜਿਹੜਾ ਜੀਵਨ ਦਾਤਾ ਹੈ, ਜਿਹੜਾ ਗੁਣੀ ਨਿਧਾਨ ਹੈ, ਜਿਹੜਾ ਆਨੰਦ ਦਾ ਸੋਮਾ ਹੈ, ਜਿੱਥੋਂ ਸਾਡੇ ਜੀਵਨ ਦੀਆਂ ਚਿੰਤਾਵਾਂ ਆਨੰਦ ਵਿੱਚ ਬਦਲਣੀਆਂ ਨੇ, ਬੇਪਰਵਾਹੀ ਮਸਤੀ ਵਿੱਚ ਬਦਲਣੀਆਂ ਨੇ, ਨਿਰਭਉ ਦੀ ਅਵਸਥਾ ਵਿੱਚ ਸਾਨੂੰ ਜਿਸ ਨੇ ਲੈ ਕੇ ਜਾਣਾ, ਉਹ ਬਖਸ਼ਿਸ਼ ਕਰਨ ਵਾਲਾ, ਉਹ ਅਕਥ ਕਥਾ ਦਾ ਗਿਆਨ ਦੇਣ ਵਾਲਾ ਗਿਆਨ ਦਾਤਾ ਸਤਿਗੁਰੂ। ਤੇ ਉਹ ਜਦੋਂ ਆਉਂਦੇ ਨੇ ਦੁਨੀਆ ਦੇ ਵਿੱਚ, ਇਹ ਆਤਮਿਕ ਗਿਆਨ ਦਾ ਪ੍ਰਕਾਸ਼ ਹੋਣ ਲੱਗਦਾ ਹੈ। ਮੈਂ ਬੇਨਤੀ ਕੀਤੀ ਸੀ ਕਿ ਜਿਹੜੇ ਜਿਹੜੇ ਵੀ ਆਪਣੀਆਂ ਸੁਰਤੀ ਦੀਆਂ ਖਿੜਕੀਆਂ, ਆਪਣੇ ਮਨ ਦੇ ਦਰਵਾਜ਼ੇ ਖੋਲ੍ਹਦੇ ਨੇ ਤੇ ਗੁਰੂ ਵੱਲ, ਇਸ ਪ੍ਰਕਾਸ਼ ਵੱਲ ਟਿਕਟਕੀ ਲਾ ਕੇ ਦੇਖਦੇ ਹੈ, ਜਿੰਨੀ ਮਾਤਰਾ ਵਿੱਚ ਸਮਰਪਣ ਭਾਵਨਾ ਆਉਂਦੀ ਹੈ, ਜਿੰਨੀ ਮਾਤਰਾ ਦੇ ਵਿੱਚ ਸਾਡੇ ਅੰਦਰ ਭੈ ਭਾਵਨਾ ਆਉਂਦੀ ਹੈ, ਜਿੰਨੀ ਮਾਤਰਾ ਵਿੱਚ ਗੁਰੂ ਦਾ ਦ੍ਰਿੜ ਭਰੋਸਾ ਸਾਡੇ ਅੰਦਰ ਵੱਜਦਾ ਹੈ, ਓਨੀ ਗੁਰੂ ਦੀ ਮੱਤ ਸਾਡੀ ਮੱਤ ਵਿੱਚ ਪ੍ਰਵੇਸ਼ ਕਰਦੀ ਹੈ। ਤੇ ਓਨੀ ਮਾਤਰਾ ਵਿੱਚ ਸਾਡੇ ਜੀਵਨ ਦੇ ਅੰਦਰ ਉਹ ਆਨੰਦ ਦੇ ਛਾਂਦੇ ਸਾਨੂੰ ਮਿਲਦੇ ਹੈ, ਆਨੰਦ ਦੀ ਬਾਰਿਸ਼ ਹੁੰਦੀ ਹੈ। ਉੱਥੇ ਜਾ ਕੇ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ ਦੀ ਅਵਸਥਾ ਬਣਦੀ ਹੈ। ਤੋ ਸਾਡਾ ਗੁਰੂ ਦੇ ਦਰ ਤੇ ਆਉਣ ਦਾ ਮਕਸਦ ਵੀ ਇਹ ਹੈ। ਗੁਰੂ ਦੇ ਸਿੱਖ ਕਹਾ ਕੇ, ਗੁਰੂ ਦੇ ਸਿੱਖ ਬਣਨ ਵਾਲੀ ਪਿਆਸ ਆਪਣੇ ਅੰਦਰ ਜਦੋਂ ਸਾਡੇ ਜਾਗਦੀ ਹੈ, ਤਾਂ ਉਹ ਪਿਆਸ ਜਦੋਂ ਪੁਕਾਰ ਬਣਦੀ ਹੈ, ਤਰਲੇ ਮਿੰਨਤਾਂ ਬਣਦੀ ਹੈ,
ਤਾਂ ਉਹ ਪ੍ਰਵਾਨਗੀ ਹੁੰਦੀ ਹੈ, ਬਸ਼ਰਤੇ ਕਿ ਉਹਦੇ ਵਿੱਚ ਦਿਖਾਵਾ ਨਾ ਹੋਵੇ, ਉਹਦੇ ਵਿੱਚ ਮੌਕਾ ਪ੍ਰਸਤੀ ਨਾ ਹੋਵੇ, ਉਹਦੇ ਵਿੱਚ ਦੰਭ ਪਖੰਡ ਨਾ ਹੋਵੇ। ਸੁਚਮਤਾ ਨਾਲ ਨਿਕਲੀ ਹੋਈ ਪੁਕਾਰ ਤਰਲਾ ਗੁਰੂ ਦਰ ਤੇ ਸੁਣੀ ਜਾਂਦੀ ਹੈ। ਭੱਟ ਨਲ ਜੀ ਨੇ ਆਪਣੇ ਜੀਵਨ ਵਿੱਚ ਇਹ ਸੱਚ ਨੂੰ ਪ੍ਰਗਟ ਹੁੰਦਿਆਂ ਦੇਖਿਆ। ਸਾਰੇ ਭੱਟ ਸਾਹਿਬਾਨ ਗੁਰੂ ਦਰ ਤੇ ਆ ਕੇ ਜਦੋਂ ਇਸ ਤਰ੍ਹਾਂ ਝੋਲੀਆਂ ਅੱਡਦੇ ਰਹੇ ਤਾਂ ਉਹਨਾਂ ਤੇ ਉਹ ਬਖਸ਼ਿਸ਼ ਹੋਈ। ਉਸ ਬਖਸ਼ਿਸ਼ ਦਾ ਅਨੁਭਵ ਸਾਡੇ ਨਾਲ ਪਰ ਉਪਕਾਰੀ ਬਿਰਤੀ ਦੇ ਅਧੀਨ ਸਾਂਝਾ ਕਰਨ ਵਾਸਤੇ ਉਹਨਾਂ ਨੇ ਗੁਰੂ ਦਰ ਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਦੀ ਮਹਿਮਾ ਨੂੰ ਬਿਆਨ ਕੀਤਾ। ਇਸ ਭਾਵਨਾ ਨਾਲ ਕੀਤਾ ਕਿ ਜਿਹੜਾ ਗੁਰੂ ਦੀ ਇਸ ਉਸਤਤੀ ਨੂੰ ਸੁਣੇਗਾ, ਪੜ੍ਹੇਗਾ, ਮਤਾਂ ਕਿਤੇ ਉਹਨਾਂ ਦੀ ਸੁਰਤੀ ਵਿੱਚ ਵੀ ਗੁਰੂ ਦੀ ਮਤ ਐਵੇਂ ਹੀ ਪ੍ਰਵੇਸ਼ ਕਰ ਜਾਏ ਤੇ ਜਿਵੇਂ ਸਾਡੇ ਤੇ ਬਖਸ਼ਿਸ਼ਾਂ ਹੋਈਆਂ, ਅਸੀਂ ਗੁਰੂ ਦਰ ਤੇ ਨਿਵਾਜੇ ਗਏ। ਇੱਥੇ ਆਉਣ ਵਾਲੇ ਗੁਰੂ ਦੇ ਸਨਮੁਖ ਝੋਲੀਆਂ ਅੱਡਣ ਵਾਲੇ, ਉਹਨਾਂ ਦੀ ਝੋਲੀ ਵਿੱਚ ਵੀ ਇਹ ਆਨੰਦ ਦੀ ਖੈਰ ਪੈ ਜਾਵੇ। ਇਸੇ ਭਾਵਨਾ ਨਾਲ ਗੁਰੂ ਪਿਆਰਿਓ, ਸਾਨੂੰ ਇਹ ਬਚਨ ਭੱਟ ਸਾਹਿਬਾਨ ਦੇ ਮੁਖ ਤੋਂ ਉਚਾਰਨ ਕੀਤੇ ਹੋਏ ਵਿਚਾਰਨ ਦੀ, ਸੁਣਨ ਪੜ੍ਹਨ ਦੀ ਲੋੜ ਹੈ। ਯਾਦ ਰੱਖੀਏ, ਇਹ ਬਚਨ ਸਧਾਰਨ ਲੋਕ ਗੀਤ ਨਹੀਂ, ਇਹ ਬਚਨ ਕੇਵਲ ਰੁਮਾਲੀਆਂ ਦੇ ਵਿੱਚ ਪੂਜਾ ਮਾਨਤਾ ਕਰਨ ਵਾਸਤੇ, ਮੱਥੇ ਟੇਕਣ ਵਾਸਤੇ ਨਹੀਂ। ਗੁਰੂ ਸਵਾਰੇ ਭਾਈ ਸਾਹਿਬ ਰਣਜੀਤ ਸਿੰਘ ਹੋਰੀ ਅੱਜ ਫਿਰ ਆਪਣੀ ਪੀੜਾ ਜ਼ਾਹਰ ਕਰ ਰਹੇ ਸੀ ਕਿ ਮੈਂ ਦੇਖ ਰਿਹਾ ਸਾਡਾ ਗੁਰੂ ਦੇ ਸ਼ਬਦ ਰੂਪੀ ਇਸ ਗਿਆਨ ਦੇ ਧਾਰਨੀ ਬਣਨ ਦੀ ਪਿਆਸ ਨਹੀਂ ਜਾਗ ਰਹੀ। ਅਸੀਂ ਸਰਲ ਸੌਖੇ ਤਰੀਕੇ, ਕਿਉਂਕਿ ਸਰੀਰਾਂ ਦੇ ਪੱਧਰ ਤੇ ਜਿਉ ਰਹੇ ਹਾਂ ਨਾ, ਸੁਰਤੀਆਂ ਦੇ ਮਨ ਦੇ ਪੱਧਰ ਤੇ ਜਿਉਣ ਦੀ ਸਾਡੇ ਅੰਦਰ ਅਜੇ ਭਾਵਨਾ, ਪਿਆਸ ਪੈਦਾ ਨਹੀਂ ਹੋਈ। ਇਸੇ ਕਰਕੇ ਅਸੀਂ ਜਿਹੜੀਆਂ ਬਾਹਰਲੀਆਂ ਤਸਵੀਰਾਂ ਨੇ ਉਹਨਾਂ ਵਿੱਚੋਂ ਗੁਰੂ ਦੇ ਦਰਸ਼ਨ ਕਰਨਾ ਲੋਚਦੇ ਹਾਂ, ਉਹਨਾਂ ਵਿੱਚੋਂ ਗੁਰੂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਫਿਰ ਉਹਨੂੰ ਮੁੱਲ ਖਰੀਦ ਕੇ, ਕੋਈ 5 ਰੁਪਏ ਦੀ ਤੇ ਕੋਈ 5 ਲੱਖ ਦੀ ਖਰੀਦ ਕੇ ਅਸੀਂ ਸਮਝਦੇ ਹਾਂ ਗੁਰੂ ਨੂੰ ਕਰ ਲਿਆ। ਯਾਦ ਰੱਖੀਏ ਗੁਰੂ ਪਿਆਰਿਓ, ਗੁਰੂ ਮੁੱਲ ਨਹੀਂ ਖਰੀਦਿਆ ਜਾਂਦਾ ਹੁੰਦਾ। ਗੁਰੂ ਦੀ ਕਹੀ ਜਾਂਦੀ ਜਿਹੜੀ ਤਸਵੀਰ ਹੈ ਨਾ, ਇਹਦਾ ਜਿਹੜਾ ਮੁੱਲ ਪਾਇਆ ਜਾਂਦਾ, ਇਹ ਉਸ ਕਲਾਕਾਰ ਦੀ ਕਲਾ ਦਾ ਮੁੱਲ ਤੇ ਹੋ ਸਕਦਾ। ਉਹਦੇ ਅੰਦਰ ਦੀ ਜਿਹੜੀ ਕਾਲਪਨਿਕ ਉਡਾਰੀ ਜਿਹਨੂੰ ਉਸ ਨੇ ਧਿਆਨ 'ਚ ਰੱਖ ਕੇ ਇਹ ਤਸਵੀਰ ਬਣਾਈ, ਉਹਦੀ ਕਲਾਕਾਰੀ ਦਾ ਤੁਸੀਂ 5 ਰੁਪਏ ਜਾਂ 5 ਲੱਖ ਰੁਪਏ ਦੇ ਸਕਦੇ ਹੋ। ਗੁਰੂ ਦਾ ਮੁੱਲ ਨਹੀਂ ਹੁੰਦਾ, ਗੁਰੂ ਨੂੰ ਖਰੀਦਿਆ ਨਹੀਂ ਜਾ ਸਕਦਾ ਹੁੰਦਾ। ਗੁਰੂ ਦੇ ਸਾਹਮਣੇ ਤੇ ਆਪਣਾ ਆਪ ਵੇਚਿਆ ਜਾਂਦਾ ਹੁੰਦਾ ਹੈ। ਗੁਰੂ ਨੂੰ ਨਹੀਂ ਖਰੀਦਣਾ, ਗੁਰੂ ਦੇ ਸਾਹਮਣੇ ਆਪਣਾ ਆਪ ਵੇਚਣਾ, ਤਰਲਾ ਲੈਣਾ ਸਾਨੂੰ ਸਿਖਾਇਆ ਗੁਰੂ ਨੇ ਬਾਣੀ ਵਿੱਚ। ਧੰਨ ਗੁਰੂ ਨਾਨਕ ਸਾਹਿਬ ਦਾ ਬਚਨ, ਇਹ ਤਨ ਵੇਚੀ ਬੈ ਕਰੀ, ਜੇ ਕੋ ਲਏ ਵਿਕਾਏ, ਕੋਈ ਖਰੀਦ ਲਵੇ। ਮੈਂ ਵੇਚ ਦਿਆਂ ਆਪਣਾ ਤਨ, ਨਾਮ ਕਰਦਿਆਂ ਉਸ ਦੇ, ਕਿਹਦੇ ਅੱਗੇ? ਤੇਰਾ ਸੱਦੜਾ ਸੁਣੀਜੈ ਭਾਈ, ਜੇ ਕੋ ਬਹਿ ਲਾਏ। ਮੇਰੇ ਕਰਤਾ ਪੁਰਖ ਵਾਹਿਗੁਰੂ, ਤੁਹਾਡਾ ਪਿਆਰ ਸੰਦੇਸਰਾ, ਤੁਹਾਨੂੰ ਮਿਲਣ ਦੀ ਕੋਈ ਗੱਲ ਤੁਹਾਡੇ ਪਿਆਰ ਵਿੱਚ ਮੈਨੂੰ ਸੁਣਾਵੇ ਤਾਂ ਮੈਂ ਆਪਣਾ ਆਪ ਵੇਚਦੀ ਹਾਂ ਉਹਦੇ ਅੱਗੇ। ਔਰ ਧੰਨ ਗੁਰੂ ਨਾਨਕ ਸਾਹਿਬ ਨੇ ਤੇ ਐਲਾਨ ਕੀਤਾ ਇਸ ਗੱਲ ਦਾ ਕਿ ਉਹ ਦੁਨੀਆ ਦੇ ਲੋਕੋ, ਮੈਂ ਆਪਣਾ ਆਪ ਵੇਚ ਦਿੱਤਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ। ਮੈਂ ਸੁਭਾਗਾ ਹੋ ਗਿਆ ਕਿਉਂਕਿ ਮੈਨੂੰ ਮੇਰੇ ਗੁਰੂ ਨੇ, ਵਾਹਿਗੁਰੂ ਨੇ ਇਸ ਯੋਗ ਸਮਝਿਆ ਕਿ ਮੈਂ ਖਰੀਦਿਆ ਜਾਵਾਂ, ਸੇਵਕ ਦੇ ਰੂਪ ਵਿੱਚ, ਗੁਲਾਮ ਦੇ ਰੂਪ ਵਿੱਚ ਮੈਂ ਖਰੀਦਿਆ ਜਾਵਾਂ। ਮੈਨੂੰ ਇਸ ਯੋਗ ਜਾਣ ਲਿਆ ਮੇਰੇ ਸਤਿਗੁਰੂ ਨੇ, ਮੇਰੇ ਵਾਹਿਗੁਰੂ ਜੀ ਨੇ ਆਪਣਾ ਗੁਲਾਮ ਬਣਾਉਣ ਲਈ ਮੈਨੂੰ ਅਧਿਕਾਰੀ, ਸੇਵਕ ਦੇ ਰੂਪ ਵਿੱਚ
मैनू प्रवान कर लिया, ते मैं दुनिया नू दसना चाहना मैं वड्डे भागां वाला हो गया। ते अजे गुलाम ते मैं परवानिया गया, सेवक ते परवानिया गया, दास ते मैनू बनन दा अधिकार मिल गया, पर मेरी अजे भी अंदर दुखदाई अवस्था यह है कि मैनू अजे गुलाम नहीं बनना आ रहा। अजे अपनी जेड़ी मनुखी बिरतियां दी ना समझी है ਉਹਦੇ ਵਿੱਚੋਂ निकल के अपनी समझ नूं, अपनी सुरत नूं गुरु दी मत नाल जोड़ना नहीं आ रहा। अजे तुहाडा हुक्म ही बंदा बनन दी मैनू पूरी जांच नहीं आ रही। तेरे लाले क्या चतुराई, साहिब का हुक्म ना करना, कैसे विस्माती बचन। धन गुरु रामदास साहब भी यही कहते, मेरे राम हम सतगुर लाले कांडे। वो पातशाह किड्डी बख्शिश मेरे ते हुई, एडी अनंत दात मैनू मिली। मैं गुरु दा गुलाम परवाने आ गया, गुरु दा गुलाम हो गया, मैं ऐलानिया कहना मैं। और ये गल्लां नाल नहीं, हमरा मस्तक दाग दगाना, हम कर्ज गुरु बहु सांडे, पर उपकार पुन बहु किया, पौ दुतर तार परांडे। कहते जदों मैं गुरु कोल नहीं सी आया ते मेरी अंतर अवस्था की सी, ए मनुआ खिन ना टिकै बहु रंगी, दह दह से चल चल हांडे। ए मेरा मन ना टिकाऊ च नहीं सी आउंदा, कदी काम, कदी क्रोध, कदी लोभ मोह हंकार ईर्खा द्वेष तृष्णा निंदिया चुगली, पता नहीं केड़ियां केड़ियां विकारी बिरतियां दे अधीन भटकदा फिरदा सी। इधर उधर कबहू जीड़ा ऊब चढ़त है, कबहू जाए पायाले दी अवस्था सी। पर वड्डे भागां नाल मैनू सतगुरु दे दर्शन, सतगुरु दा दरबार, सतगुरु दी संगत मिल गई। ते इत्थे आके जदों मैं देखिया कि सतसंगी प्यारे गुरु दे बैठे गुरु मुख बन के गुरु दी बख्शिश दा आनंद मान रहे ने, गुरु दे बचनां दा पढ़दियां सुनदियां सुरती दी प्यास नाल स्वाद चख रहे ने, उन्हां दे चेहरियां दा वो नूरानी खेड़ा देख के मेरे अंदर भी चाव पैदा हो गया। तिना देख मन चाओ उठंदा, हाँ कद पाई गुण तासा। ते फिर मैं भी टिक टिकी ला के देखण लग गया ते बेनतियां करन लग गया, तरले लैण लग गया। ओ गुरु पिता, इन्हां गुरमुख सतसंगियां वांग मेरे ते भी किरपा करके मेरे मन नूं भटके मन नूं खिंडाओ वाली सुरती नूं पातशाह अपने शब्द नाल जोड़ लो। अपने शब्द दे पहरे विच मेरी सुरती बिरती नूं मन नूं चलाउणा सिखा दिओ। ते कहंदे मेरी बेनती प्रवान हो गई। पर उपकार पुन बहु किया, भौ दुतर तार परांडे। ये जेड़ा मेरा मन टिकदा नहीं ना सी, अकल अपने हंकार विच हौमे दे घोड़े दौड़ाउंदी फिरदी सी। मैं ये कर सकदा, मैं ਉਹ कर सकदा, मैं ये कीता, दुनिया नूं पता लगे। इसे दे उत्ते ही मेरा सारा जोर लग रहा सी। गुरु रामदास साहब पातशाह कहंदे मेरा मन गुरु दे शब्द नाल जुड़ के, मेरी सुरती मत गुरु नाल जुड़ के होया कि जिहड़ी घुम्मण घेरियां विच फिरदी पई सी ना, संसार दीयां विकारी बिरतियां दीयां भाव सागर दीयां घुम्मण घेरियां च हमेशा गोते खांदी रहिंदी सी। मैनू पकड़ के मेरे मन नूं, मेरी सुरती नूं मेरे सतगुरु ने बेगमपुरे वाहिगुरु जी दी प्यार याद दे उस नगर विच जिथे सारे गुरमुख प्यारे करें आनंद सच्चा मन सोए, जिथे सब तिथे भगत वसै के लो करें आनंद सच्चा मन सोए। सारे लोकां दे सारियां धरतियां जिथे जिथे भी वाहिगुरु जी ने मनुखता दा वास कीता है, मनुखी जीवां दी उत्पत्ति कीती है, उन्हां विचों जेड़े भी करता पुरख वाहिगुरु जी दे भगत बन के
ਆਪਣੇ ਮਨ ਵਿੱਚ ਵਾਹਿਗੁਰੂ ਜੀ ਦੀ ਪਿਆਰ ਯਾਦ ਸਿਮਰਨ ਦ੍ਰਿੜ ਕਰਕੇ ਜਿਉਂਦੇ ਪਏ, ਉਹ ਸਾਰੇ ਹੀ ਇੱਕੋ ਆਨੰਦ ਵਾਲੀ ਅਵਸਥਾ ਵਿੱਚ, ਇੱਕੋ ਜਿਹਾ ਆਨੰਦ ਸਭ ਕੋਲ, ਮੈਨੂੰ ਉੱਥੇ ਲੈ ਗਏ ਸੱਚੇ ਪਾਤਸ਼ਾਹ। ਮੇਰੇ ਸਤਿਗੁਰੂ ਨੇ ਇਹ ਉਪਕਾਰ ਕੀਤਾ ਮੇਰੇ ਤੇ ਕਹਿੰਦੇ ਫਿਰ ਮੈਂ ਜਦੋਂ ਆਪਣੇ ਅੰਦਰ ਸੋਚਿਆ ਕਿ ਮੈਨੂੰ ਭਟਕਦੇ ਨੂੰ, ਬੇਚੈਨ ਡਰੇ ਸਹਿਮੇ ਨੂੰ ਮੇਰੇ ਸਤਿਗੁਰੂ ਨੇ ਬੇਪਰਵਾਹੀ ਵਾਲੀ ਆਨੰਦਮਈ ਅਵਸਥਾ ਬਖਸ਼ ਦਿੱਤੀ, ਏਡਾ ਉਪਕਾਰ ਮੇਰੇ ਤੇ ਕੀਤਾ। ਹੁਣ ਮੈਂ ਇਸ ਉਪਕਾਰ ਦੇ ਇੱਕ ਕਰਜ਼ਾ ਜਿਹੜੇ ਮੇਰੇ ਸਿਰ ਤੇ ਹੋ ਗਿਆ, ਇਹਨੂੰ ਉਤਾਰਾਂ ਕਿਵੇਂ? ਬੜਾ ਸੋਚਿਆ ਵੀ ਦੁਨੀਆ ਦੀ ਕਿਹੜੀ ਵਸਤੂ ਹੈ ਜਿਹੜੀ ਮੈਂ ਮੁੱਲ ਖਰੀਦ ਕੇ ਗੁਰੂ ਨੂੰ ਦੇ ਦਿਆਂ ਤੇ ਉਹਦੇ ਨਾਲ ਕਰਜ਼ਾ ਉਤਰ ਜਾਏ। ਪਾਤਸ਼ਾਹ ਕਹਿੰਦੇ ਦੁਨੀਆ ਦੀ ਕੋਈ ਵੀ ਵਸਤੂ ਨਹੀਂ ਨਜ਼ਰ ਆਈ, ਕੋਈ ਵੀ ਪਦਾਰਥ ਇਹੋ ਜਿਹਾ ਮੈਨੂੰ ਕੀਮਤੀ ਨਹੀਂ ਲੱਗਾ ਜਿਹੜਾ ਗੁਰੂ ਦੇ ਇਸ ਉਪਕਾਰ ਦਾ ਕਰਜ਼ਾ ਉਤਾਰ ਸਕੇ ਮੇਰੇ ਉੱਤੇ। ਤੇ ਹਾਰ ਕੇ ਫਿਰ ਮੈਂ ਗੁਰੂ ਨੂੰ ਆਖਿਆ, ਪਾਤਸ਼ਾਹ ਮੈਂ ਤੇ ਤੁਹਾਡਾ ਕਰਜ਼ਾ ਹੀ ਆ, ਨਹੀਂ ਉਤਰ ਸਕਦਾ ਕਰਜ਼ਾ ਆਖਰੀ ਸਵਾਸ ਤੱਕ। ਏਦਾਂ ਕਰੋ, ਮੈਨੂੰ ਆਪਣਾ ਪੱਕਾ ਗੁਲਾਮ ਬਣਾ ਲਓ, ਸਦਾ ਤੁਹਾਡੀ ਚਾਕਰੀ ਕਰਦਾ ਰਹਾਂ, ਸਦਾ ਤੁਹਾਡਾ ਹੁਕਮੀ ਬੰਦਾ ਬਣ ਕੇ ਜਿਉਣ ਦੀ ਬਿਰਤੀ ਮੇਰੇ ਅੰਦਰ ਦ੍ਰਿੜ ਕਰਾ ਦੇ। ਹਮਰਾ ਮਸਤਕ ਦਾਗ ਦਗਾਨਾ, ਕਹਿੰਦੇ ਮੈਂ ਆਪਣੇ ਮੱਥੇ ਤੇ ਪੱਕਾ ਹੀ ਗੁਰੂ ਦੀ ਗੁਲਾਮੀ ਦਾ, ਗੁਰੂ ਦੇ ਦਾਸ ਹੋਣ ਦਾ ਦਾਗ ਲਗਾ ਲਿਆ ਕਿ ਦੁਨੀਆ ਦੇਖੇ, ਸਭ ਨੂੰ ਪਤਾ ਲੱਗੇ ਮੈਂ ਕੌਣ ਆ। ਮੈਂ ਗੁਰੂ ਦਾ ਗੁਲਾਮ ਆ, ਮੈਂ ਗੁਰੂ ਦਾ ਸੇਵਕ ਹਾਂ। ਸਭ ਨੂੰ ਪਤਾ ਲੱਗੇ ਕਿ ਮੈਂ ਹੋਰ ਕੁਝ ਨਹੀਂ, ਮੇਰੀ ਕੋਈ ਹਸਤੀ ਨਹੀਂ। ਗੁਲਾਮ ਦੀ ਹਸਤੀ ਤੇ ਸਿਰਫ ਇਹ ਹੁੰਦੀ ਹੈ ਕਿ ਉਸ ਨੇ ਆਪਣੇ ਮਾਲਕ ਨੂੰ ਪ੍ਰਸੰਨ ਕਰਨ ਲਈ ਮਾਲਕ ਦੇ ਹਰ ਹੁਕਮ ਨੂੰ ਧਿਆਨ ਨਾਲ ਸੁਣਨਾ ਹੁੰਦਾ ਹੈ, ਸੁਚੇਤ ਹੋ ਕੇ ਸੁਣਨਾ ਹੁੰਦਾ ਹੈ, ਤੇ ਉਸ ਨੂੰ ਇਸ ਤਰ੍ਹਾਂ ਕਮਾਉਣਾ ਹੁੰਦਾ ਹੈ ਕਿ ਜਦੋਂ ਮਾਲਕ ਮੇਰੇ ਵੱਲ ਦੇਖੇ ਤੇ ਉਹਦੇ ਵਿੱਚੋਂ ਮਿਹਰ ਦੀਆਂ ਰਿਸ਼ਮਾਂ ਫੁੱਟਣ, ਬਖਸ਼ਿਸ਼ ਦੀਆਂ ਰਸ਼ਮਾਂ ਫੁੱਟਣ। ਤੇ ਧੰਨ ਗੁਰੂ ਰਾਮਦਾਸ ਸਾਹਿਬ ਦੇ ਜੀਵਨ ਵਿੱਚ ਹੀ ਹੋਇਆ। ਅਖੀਰ ਤੇ ਫਿਰ ਬੇਨਤੀ ਕਰਦੇ ਹੈ, ਹਮ ਭੂਲ ਚੂਕ ਗੁਰ ਕਿਰਪਾ ਧਾਰੋ, ਜਨ ਨਾਨਕ ਕੁਤਰੇ ਕਾਂਢੇ। ਪਾਤਸ਼ਾਹ ਮੈਂ ਤੇ ਕੂਕਰ ਦੀ ਨਿਆਈ ਤੁਹਾਡੇ ਦਰ ਤੇ ਬੈਠਾ ਤੇ ਟਿਕਟਿਕੀ ਲਾ ਕੇ ਤੁਹਾਡੇ ਵੱਲ ਦੇਖ ਰਿਹਾ, ਤੇ ਅੰਦਰ ਮੇਰੇ ਚੱਲ ਦਿਆ ਪਾਤਸ਼ਾਹ ਮੇਰੀ ਸਮਝ ਨਾਲ ਤੇ ਬਹੁਤ ਭੁੱਲਾਂ ਹੁੰਦੀਆਂ, ਮੇਰੇ ਕੋਲ ਬਹੁਤ ਖਾਮੀਆਂ ਮੇਰੇ 'ਚ ਨੇ। ਤੁਸੀਂ ਹੀ ਮੇਰੇ ਤੇ ਕਿਰਪਾ ਕਰਕੇ ਆਪਣੀ ਮਿਹਰ ਦੀ, ਗਿਆਨ ਦੀ ਨਜ਼ਰ ਮੇਰੇ ਤੇ ਕਰਕੇ ਮੇਰੀ ਅਗਿਆਨਤਾ ਨੂੰ ਮੇਰੇ ਅੰਦਰੋਂ ਕੱਢ ਦਿਓ। ਜਨ ਨਾਨਕ ਕੁਤਰੇ ਕਾਂਢੇ, ਪਾਤਸ਼ਾਹ ਮੈਂ ਤੇ ਕੂਕਰ ਹਾਂ ਤੁਹਾਡੇ ਦਰ ਦਾ, ਮੈਨੂੰ ਆਪਣੀ ਕਿਰਪਾ ਦਾ ਪਾਤਰ ਬਣਾ ਲਓ। ਹੁਣ ਆਹ ਹੈ ਗੁਰਮਤਿ ਜੀਵਨ ਜੁਗਤ, ਜਿਸ ਨੂੰ ਮੁੱਲ ਨਹੀਂ ਖਰੀਦਿਆ ਜਾ ਸਕਦਾ। ਇਹ ਹੈ ਗੁਰੂ ਦੀ ਤਸਵੀਰ, ਇਹ ਹੈ ਗੁਰੂ ਦੀ ਮੂਰਤ, ਜਿਹਨੂੰ ਭਾਈ ਸਾਹਿਬ ਕਹਿੰਦੇ ਗੁਰਮੂਰਤ, ਗੁਰ ਸ਼ਬਦ ਹੈ, ਸਾਧ ਸੰਗ ਵਿੱਚ ਪ੍ਰਗਟੀ। ਗੁਰੂ ਦੀ ਮੂਰਤ ਕਿਹੜੀ ਹੈ? ਗੁਰੂ ਦਾ ਸ਼ਬਦ, ਜਿਹੜਾ ਸਾਧ ਸੰਗਤ ਵਿੱਚ ਆ ਕੇ ਬੈਠਦੇ ਹਾਂ, ਸਿਰ ਝੁਕਾਉਂਦੇ ਹਾਂ, ਸੁਰਤੀ ਝੁਕਾਉਂਦੇ ਹਾਂ, ਮਨ ਅਰਪਿਤ ਕਰਦੇ ਹਾਂ, ਸਾਡੇ ਅੰਦਰ ਟਿਕਦਾ, ਇਹਦੀ ਵਿਚਾਰ ਟਿਕਦੀ ਹੈ। ਫਿਰ ਇਹਦਾ ਚਿੰਤਨ ਕਰਦੇ ਹਾਂ, ਇਹਦੀ ਕਮਾਈ ਦਾ ਉਮਾ ਉਤਸ਼ਾਹ ਜਾਗਦਾ ਹੈ। ਸਾਹਿਬ ਕਹਿੰਦੇ ਫਿਰ ਇਹ ਜਦੋਂ ਤੁਹਾਡੇ ਜੀਵਨ ਵਿੱਚ ਅਵਸਥਾ ਬਣਦੀ ਹੈ, ਫਿਰ ਗੁਰੂ ਤੇ ਅੱਗੇ ਹੀ ਉਡੀਕ ਰਹੇ ਹੈ ਕਿ ਮੇਰੇ ਦਰ ਤੇ ਆਉਣ ਵਾਲਾ ਸਿੱਖ ਕਹਾਉਣ ਵਾਲਾ ਉਹ ਇੱਦਾਂ ਦਾ ਸਿੱਖ ਬਣ ਜਾਵੇ ਕਿ ਮੇਰੇ ਕੋਲ ਵੀ ਕੋਈ ਗੁੰਜਾਇਸ਼ ਨਾ ਰਹਿ ਜਾਏ ਆਨਾਕਾਨੀ ਕਰਨ ਦੀ। ਮੇਰੇ ਕੋਲ ਜੋ ਕੁਝ ਹੈ ਉਹ ਮੈਂ ਆਪਣੇ ਸਿੱਖ ਸੇਵਕ ਦੀ ਝੋਲੀ ਪਾ ਦਿਆਂ। ਮੇਰਾ ਸਿੱਖ ਸੇਵਕ ਇੱਥੋਂ ਸਖਣੀ ਝੋਲੀ ਲੈ ਕੇ ਤੇ ਆਇਆ, ਪਰ ਜਾਵੇ ਸਖਣੀ ਝੋਲੀ ਲੈ ਕੇ ਨਾ। ਔਰ ਭਾਈ ਜੇਠਾ ਜੀ ਇਦਾਂ ਹੀ ਆਏ ਸੀ ਨਾ, ਤੇ ਫਿਰ ਸਖਣੀ ਨਹੀਂ ਰਹੀ ਝੋਲੀ। ਜੋ ਕੁਝ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਰੱਬੀ ਜੋਤ ਨਾਲ ਪ੍ਰਕਾਸ਼ਿਆ ਹੋਇਆ ਗੁਰੂ ਅਮਰਦਾਸ ਸਾਹਿਬ ਨੂੰ ਨਾਮ ਬਾਣੀ ਦਾ ਖਜ਼ਾਨਾ ਮਿਲਿਆ, ਉਹ ਸਾਰੇ ਦਾ ਸਾਰਾ ਭਾਈ ਜੇਠਾ ਜੀ ਦੀ ਝੋਲੀ ਪਾ ਕੇ ਉਹਨਾਂ ਨੂੰ ਉਸ ਨਾਮ ਸ਼ਬਦ ਨੂੰ ਕਮਾਉਣ ਦੀ ਨਾਲ ਪਿਆਸ ਵੀ ਦਿੱਤੀ। ਲੋਕਾਚਾਰੀ ਦੇ ਵਿੱਚੋਂ ਕੱਢਿਆ, ਦਿਖਾਵੇ ਵਿੱਚੋਂ ਕੱਢਿਆ, ਤੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ ਦੀ ਬਿਰਤੀ ਅੰਦਰ ਲਿਆਂਦੀ। ਨਤੀਜਾ ਇਹ ਨਿਕਲਿਆ ਕਿ ਜੋ ਕੁਝ ਸੁਆਮੀ ਸਤਿਗੁਰੂ ਦਾ ਸੀ
ਉਹ ਸਾਰੇ ਦਾ ਸਾਰਾ ਭਾਈ ਜੇਠਾ ਜੀ ਦੇ ਸਿੱਖ ਸੇਵਕ ਦੀ ਝੋਲੀ ਪੈ ਗਿਆ ਤੇ ਧੰਨ ਗੁਰੂ ਰਾਮਦਾਸ ਸਾਹਿਬ ਬਣ ਗਏ। ਤੇ ਗੁਰੂ ਅਮਰਦਾਸ ਸਾਹਿਬ ਨੇ ਆਖਿਆ, ਗੁਰੂ ਰਾਮਦਾਸ ਹੁਣ ਗੁਰੂ ਨਾਨਕ ਦੀ ਜੋਤ ਵਿੱਚ, ਉਸ ਰੱਬੀ ਜੋਤ ਵਿੱਚ ਤੇ ਤੁਹਾਡੇ ਵਿੱਚ ਕੋਈ ਫਰਕ ਨਹੀਂ। ਤੁਸੀਂ ਉਸ ਜੋਤ ਨੂੰ ਆਪਣੇ ਅੰਦਰ ਪ੍ਰਕਾਸ਼ਿਤ ਕਰ ਲਿਆ। ਤੁਹਾਡੀ ਕਾਲ ਕਮਾਈ ਤੇ ਮੈਂ ਪ੍ਰਸੰਨ ਹੋਇਆ ਤੇ ਮੈਂ ਹੁਣ ਇਸ ਕਾਲ ਕਮਾਈ ਨੂੰ ਨਮਸਕਾਰ ਕਰਦਾ। ਮੈਂ ਤੁਹਾਡੇ ਅੱਗੇ ਮੱਥਾ ਟੇਕਦਾ। ਪਿਛਲੇ ਦਿਨਾਂ ਵਿੱਚ ਇਹ ਸਵਈਆ ਵਿਚਾਰਿਆ ਸੀ ਨਾ ਭੱਟ ਜੀ ਦਾ, ਸਭ ਬਿਦ ਭਇਓ ਪ੍ਰਸੰਨ। ਜਦੋਂ ਗੁਰੂ ਅਮਰਦਾਸ ਸਾਹਿਬ ਨੇ ਗੁਰੂ ਰਾਮਦਾਸ ਸਾਹਿਬ ਨੂੰ ਭਾਈ ਜੇਠਾ ਜੀ ਦੇ ਰੂਪ ਵਿੱਚ ਗੁਰ ਸ਼ਬਦ ਦੀ ਕਾਲ ਕਮਾਈ ਕਰਦਿਆਂ ਦੇਖਿਆ, ਸਭ ਬਿਦ ਮਾਨਿਓ ਮਨ। ਉਹਨਾਂ ਦੀ ਸਾਰੀ ਕਾਲ ਕਮਾਈ ਨੂੰ ਦੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਦਾ ਮਨ ਮੰਨ ਗਿਆ। ਕਾਲ ਕਮਾਈ ਪ੍ਰਵਾਨ ਹੋ ਗਈ। ਤਬ ਹੀ ਭਇਓ ਪ੍ਰਸੰਨ। ਉਸ ਵੇਲੇ ਗੁਰੂ ਅਮਰਦਾਸ ਸਾਹਿਬ ਪ੍ਰਸੰਨ ਹੋ ਗਏ ਤੇ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਉਸ ਵੇਲੇ ਇਹ ਰਾਜ ਜੋਗ ਦਾ ਤਖਤ ਗੁਰੂ ਨਾਨਕ ਪਾਤਸ਼ਾਹ ਦਾ ਇਹ ਗੁਰੂ ਰਾਮਦਾਸ ਸਾਹਿਬ ਨੂੰ ਬਖਸ਼ ਦਿੱਤਾ। ਭੱਟ ਕਹਿੰਦੇ, ਮੈਂ ਵੀ ਇਹ ਸਾਰਾ ਕੌਤਕ ਜਦੋਂ ਦੇਖਿਆ ਤਾਂ ਮੈਂ ਵੀ ਪਿਆਸ ਲੈ ਕੇ, ਤਰਲਾ ਲੈ ਕੇ ਇੱਥੇ ਗੁਰੂ ਦੇ ਦਰ ਤੇ ਸਨਮੁਖ ਹੋਇਆ ਤੇ ਗੁਰੂ ਨੇ ਮੇਰੀ ਤੇ ਵੀ ਬਖਸ਼ਿਸ਼ ਕਰਤੀ। ਪਰ ਮੈਂ ਹੁਕਮੀ ਬੰਦਾ ਬਣਨ ਦੀ ਜਾਚ ਸਿੱਖੀ, ਐਵੇਂ ਨਹੀਂ ਸੀ ਮੈਨੂੰ ਦਾਤ ਮਿਲ ਗਈ। ਇਹ ਮੈਂ ਦੇਖਿਆ ਕਿ ਇੱਥੇ ਦਾਤਾਂ ਨਾਲ ਨਿਵਾਜਿਆ ਜਾਂਦਾ, ਝੋਲੀ ਖਾਲੀ ਨਹੀਂ ਰਹਿੰਦੀ। ਤੇ ਮੈਂ ਝੋਲੀ ਅੱਡਣੀ ਸ਼ੁਰੂ ਕਰਤੀ ਤੇ ਮੇਰੇ ਤੇ ਬਖਸ਼ਿਸ਼ ਹੋ ਗਈ। ਮੈਨੂੰ ਵੀ ਗੁਰੂ ਨੇ ਵਾਹਿਗੁਰੂ ਜੀ ਨਾਲ ਮਿਲਾਤਾ। ਪਰ ਖੇਡ ਕੀ ਵਾਪਰੀ, ਗੁਰ ਦਏ ਮਿਲਾਇਓ ਭਿਖਿਆ, ਜਿਵ ਤੂੰ ਰੱਖੈਂ ਤਿਵ ਰਹੂੰ। ਜਿਵੇਂ ਸਤਿਗੁਰੂ ਜੀ ਤੁਸੀਂ ਮੈਨੂੰ ਰੱਖੋਗੇ, ਜਿਵੇਂ ਤੁਸੀਂ ਮੈਨੂੰ ਮੇਰੀ ਮੱਤ ਨੂੰ, ਮੇਰੇ ਮਨ ਨੂੰ ਚਲਾਉਣ ਵਾਸਤੇ ਹੁਕਮ ਕਰੋਗੇ, ਮੈਂ ਉਸ ਹੁਕਮ ਦੀ ਪਾਲਣਾ ਕਰਦਿਆਂ ਸੇਵਕ ਬਣ ਕੇ ਤੁਹਾਡੇ ਦਰ ਤੇ ਸੇਵਾ ਨਿਭਾਵਾਂਗਾ। ਤੇ ਇਦਾਂ ਬਖਸ਼ਿਸ਼ਾਂ ਹੋਈਆਂ ਗੁਰੂ ਪਿਆਰਿਓ। ਇਸੇ ਕਰਕੇ ਮਹਾਰਾਜ ਕਹਿੰਦੇ, ਭਗਤ ਪਾਵੇ ਮਾਰਗ ਵਿਖੜਾ। ਫੋਟੋਆਂ ਲੈ ਲੈਣੀਆਂ, ਹੋਰ ਚੀਜ਼ਾਂ ਗੁਰੂ ਦੇ ਨਾਮ ਨਾਲ ਜੋੜ ਕੇ ਖਰੀਦ ਲੈਣੀਆਂ ਤੇ ਉਹਨਾਂ ਨੂੰ ਘਰਾਂ ਵਿੱਚ ਰੱਖ ਕੇ ਉਹਨਾਂ ਦੀ ਪੂਜਾ ਕਰ ਲੈਣੀ, ਅਗਰਬੱਤੀਆਂ ਜਗਾ ਕੇ, ਫੁੱਲ ਰੱਖ ਕੇ। ਇਹ ਔਖਾ ਨਹੀਂ ਹੁੰਦਾ। ਘਰਾਂ ਦੇ ਵਿੱਚ, ਦੁਕਾਨਾਂ ਦੇ ਵਿੱਚ ਇਸ ਤਰ੍ਹਾਂ ਕਰ ਲੈਣਾ ਇਹ ਕੋਈ ਔਖਾ ਨਹੀਂ ਹੈ। ਪਰ ਕਠਿਨ ਕੀ ਹੈ? ਗੁਰੂ ਦੇ ਸ਼ਬਦ ਨੂੰ ਅੰਦਰ ਦੇ ਦ੍ਰਿੜ ਭਰੋਸੇ ਨਾਲ, ਪੂਰਨ ਸਮਰਪਣ ਭਾਵਨਾ ਨਾਲ ਸੁਣਨਾ, ਪੜ੍ਹਨਾ, ਗਾਉਣਾ, ਵਿਚਾਰਨਾ ਤੇ ਫਿਰ ਉਹਦਾ ਚਿੰਤਨ ਕਰਦਿਆਂ ਕਰਦਿਆਂ, ਉਹਦਾ ਚੇਤਾ ਰੱਖਦਿਆਂ ਉਹਦੇ ਅਨੁਸਾਰ ਆਪਣੇ ਜੀਵਨ ਨੂੰ ਹਰ ਘੜੀ ਜਾਗਰਤ ਹੋ ਕੇ, ਸੁਚੇਤ ਹੋ ਕੇ ਚਲਾਉਣ ਲਈ ਤਿਆਰ ਕਰ ਲੈਣਾ। ਇਹ ਮਾਰਗ ਵਿਖੜਾ। ਇਸੇ ਕਰਕੇ ਸਾਹਿਬ ਨੇ ਆਖਿਆ, ਮੇਰੇ ਦਰ ਤੇ ਆਉਣ ਵਾਲਿਓ, ਆ ਗਏ ਹੋ ਮੁਬਾਰਕ ਹੈ, ਪਰ ਇਹ ਗੱਲ ਯਾਦ ਰੱਖਿਓ, ਇੱਥੇ ਆਉਣਾ ਉਹਨਾਂ ਚਿਰ ਤੱਕ ਪ੍ਰਵਾਨ ਨਹੀਂ ਹੁੰਦਾ ਜਿੰਨਾ ਚਿਰ ਤੱਕ ਮੇਰੇ ਨਾਲ ਸੁਰਤੀ ਦੇ ਕਰਕੇ, ਮਨ ਕਰਕੇ ਪਿਆਰ ਦੀ ਖੇਡ ਖੇਡਣੀ ਨਹੀਂ ਸਿੱਖੋਗੇ। ਤੇ ਉਹ ਪਿਆਰ ਦੀ ਖੇਡ ਉਹਨਾਂ ਚਿਰ ਤੱਕ ਨਹੀਂ ਖੇਡੀ ਜਾਣੀ, ਉਹਨਾਂ ਚਿਰ ਤੱਕ ਫਲੀਭੂਤ ਨਹੀਂ ਹੋਣੀ ਜਿੰਨਾ ਚਿਰ ਤੱਕ ਤੁਹਾਨੂੰ ਆਪਣਾ ਸਿਰ ਤਲੀ ਤੇ ਰੱਖ ਕੇ ਨਹੀਂ ਆਉਣਾ। ਇਹ ਮਨ ਅਰਪਣ ਕਰਨਾ ਨਹੀਂ ਆਉਂਦਾ, ਸੁਰਤੀ ਅਰਪਣ ਕਰਨੀ ਨਹੀਂ ਆਉਂਦੀ। ਔਰ ਇਹ ਅਰਪਣ ਕਰਦਿਆਂ ਕਿਸੇ ਕਿਸਮ ਦੀ ਝਿਜਕ ਨਾ ਰਹੇ, ਕੋਈ ਕਿੰਤੂ ਪ੍ਰੰਤੂ ਨਾ ਹੋਵੇ, ਕੋਈ ਆਨਾਕਾਨੀ ਨਾ ਹੋਵੇ। ਇਹ ਨਾ ਆਖਿਆ ਜਾਵੇ ਕਿ ਅਜੇ ਮੇਰਾ ਮਨ ਨਹੀਂ ਮੰਨਦਾ ਜੀ ਨਾ। ਸਾਹਿਬ ਕਹਿੰਦੇ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ, ਕਾਣ ਨਾ ਕੀਜੈ। ਇਹਦੇ ਸ਼ਬਦੀ ਅਰਥ ਨਹੀਂ ਲੈਣੇ, ਇਹਦੇ ਭਾਵ ਅਰਥ। ਇਹ ਨਹੀਂ ਆਖਿਆ ਮਹਾਰਾਜ ਨੇ ਕਿ ਸਿਰ ਵੱਢ ਕੇ ਤੁਸੀਂ ਇੱਥੇ ਤਲੀ ਤੇ ਲੈ ਕੇ ਮੇਰੇ ਕੋਲ ਆ ਜਾਣਾ। ਸਿਰ ਦੀਜੈ ਦਾ ਮਤਲਬ ਇਹ ਸਿਰ ਦੇ ਵਿੱਚ ਜਿਹੜੀ ਸਮਝ ਪਈ ਹੈ, ਮਤ ਪਈ ਹੈ, ਅਕਲ ਪਈ ਹੈ, ਸੁਰਤੀ, ਇਹਨੂੰ ਇੱਥੇ ਦੇਣਾ। ਤੇ ਅਰਪਣ ਕਰਨ ਲੱਗਿਆ, ਮਨ ਤੂੰ ਮਤ ਮਾਣ ਕਰੈ, ਜੇ ਹਉ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ। ਇਸ ਸੁਰਤੀ ਬਿਰਤੀ ਵਿੱਚ ਮਹਾਰਾਜ ਕਹਿੰਦੇ, ਜਦੋਂ ਆਉਂਗੇ ਤਾਂ ਇਹ ਸ਼ਬਦ ਕਰਾਮਾਤ ਕਰੇਗਾ ਤੁਹਾਡੇ ਜੀਵਨ ਵਿੱਚ। ਇਸ ਸ਼ਬਦ ਦੇ
ਅਕਹਿ ਅਕਥ ਵਿਸਮਾਦੀ ਰਹੱਸਮਈ ਨਤੀਜੇ ਜੀਵਨ ਵਿੱਚ ਆਉਣਗੇ। ਭੱਟ ਸਾਹਿਬ ਦੇ ਜੀਵਨ ਵਿੱਚ ਆਏ ਤੇ ਉਹ ਸਾਡੇ ਨਾਲ ਸਾਂਝੇ ਕਰਦੇ ਹੋਏ ਬਚਨ ਕਰਦੇ ਨੇ, ਕੱਚੋਂ ਕੰਚਨ ਪਇਓ, ਕੱਚੋਂ ਕੰਚਨ ਪਇਓ ਸ਼ਬਦ ਗੁਰੂ ਸ਼ਰਵਣ ਹੈ ਸੁਣਿਓ। ਹੋ ਜਾਂਦਾ ਕਹਿੰਦੇ ਕੱਚ ਤੋਂ, ਕੰਚ ਕੀ ਹੈ? ਸ਼ੀਸ਼ਾ ਇੱਕਦਮ ਤਿੜਕ ਜਾਂਦਾ, ਮਾੜੀ ਜੀ ਠੋਕਰ ਲੱਗੀ, ਕਿੰਨੀ ਕੁ ਕੀਮਤ ਹੈ ਉਸ ਦੀ। ਪਰ ਇਹ ਜੇ ਗੁਰੂ ਦੇ ਸ਼ਬਦ ਦੇ ਰਾਹੀਂ ਗੁਰੂ ਦੀ ਮੱਤ ਨਾਲ ਜੁੜ ਸਕੇ ਤਾਂ ਇਹ ਕੰਚਨ ਹੋ ਜਾਂਦਾ ਹੈ, ਵੱਡਮੁੱਲਾ ਕੀਮਤੀ ਹੋ ਜਾਂਦਾ ਹੈ। ਸਾਡਾ ਮਨ, ਸਾਡੀ ਮੱਤ ਅੱਜ ਕੱਚ ਵਾਂਗ ਹੈ। ਨਿਗੂਣਾ ਜਿਹਾ ਕੱਚ, ਕਿਤੇ ਮਾੜਾ ਜਿਹਾ ਕੋਈ ਤੁਣਕਾ ਲੱਗ ਜਾਏ, ਠੋਕਰ ਲੱਗ ਜਾਏ, ਕੋਈ ਚੀਜ਼ ਵੱਜ ਜਾਏ, ਤਿੜਕ ਜਾਂਦਾ, ਉਸ ਵੇਲੇ ਟੁੱਟ ਜਾਂਦਾ। ਤੇ ਸਾਡਾ ਮਨ ਵੀ, ਸਾਡੀ ਮੱਤ ਵੀ ਤਿੜਕੀ ਹੋਈ ਹੈ। ਕਦੀ ਕਾਮ ਦੀ ਠੋਕਰ ਲੱਗ ਜਾਂਦੀ ਹੈ ਤੇ ਬੇਸੰਜਮਾ ਹੋ ਜਾਂਦਾ ਹੈ। ਆਪਣੇ ਭਲੇ ਬੁਰੇ ਦੀ ਪਛਾਣ ਨਹੀਂ ਰਹਿ ਜਾਂਦੀ, ਪਾਪ ਪੁੰਨ ਦੀ ਪਛਾਣ ਨਹੀਂ ਰਹਿ ਜਾਂਦੀ, ਯੋਗ ਅਯੋਗ ਦਾ ਕੋਈ ਚੇਤਾ ਨਹੀਂ ਰਹਿ ਜਾਂਦਾ। ਬਸ ਜੋ ਨਹੀਂ ਕਰਨਾ ਉਹ ਕਰਨ ਵਾਲੇ ਪਾਸੇ ਤੁਰ ਪੈਂਦਾ ਹੈ। ਕਦੀ ਕ੍ਰੋਧ ਸਾਨੂੰ ਫਿੱਕਾ ਕਰ ਦਿੰਦਾ ਹੈ, ਰੁੱਖਾ ਕਰ ਦਿੰਦਾ ਹੈ। ਇਸ ਤਰ੍ਹਾਂ ਦਾ ਮੂਰਖਪੁਣਾ ਸਾਡੇ ਅੰਦਰ ਪੈਦਾ ਕਰ ਦਿੰਦਾ ਹੈ ਕਿ ਸਾਰੀ ਜ਼ਿੰਦਗੀ ਦੀਆਂ ਬਣੀਆਂ ਹੋਈਆਂ ਸਾਂਝਾਂ, ਰਿਸ਼ਤੇ ਉਸ ਕ੍ਰੋਧ ਦੇ ਅਧੀਨ ਬੋਲੇ ਹੋਏ ਫਿੱਕੇਪਣ ਕਰਕੇ, ਫਿੱਕੇ ਬੋਲਾਂ ਕਰਕੇ ਤਿੜਕ ਜਾਂਦੇ ਤੇ ਬਾਅਦ ਵਿੱਚ ਸਵਾਏ ਪਛਤਾਵੇ ਤੋਂ ਕੁਛ ਨਹੀਂ। ਕੱਚ ਤਿੜਕ ਗਿਆ, ਟੁੱਟ ਗਿਆ, ਕੁਛ ਵੀ ਪੱਲੇ ਨਹੀਂ ਰਿਹਾ। ਮਨ 'ਚ ਅਫਸੋਸ ਤੇ ਆ ਸਕਦਾ ਕਿਤੇ ਬਚਾ ਕੇ ਰੱਖ ਲੈਂਦੇ, ਕਿਤੇ ਠੋਕਰ ਨਾ ਲੱਗਦੀ, ਬੇਧਿਆਨੇ ਠੋਕਰ ਲੱਗਦੀ, ਚੂਰ ਚੂਰ ਹੋ ਗਿਆ। ਇੱਦਾਂ ਹੀ ਹੈ ਸਾਡੀ ਜ਼ਿੰਦਗੀ ਦਾ ਸੱਚ ਵੀ। ਸਾਡੀ ਮੱਤ ਵੀ ਬਿਖਰੀ ਪਈ, ਕੱਚ ਵਾਂਗ ਸਾਡਾ ਮਨ ਵੀ ਭਟਕਦਾ ਫਿਰਦਾ। ਪਰ ਭੱਟ ਸਾਹਿਬ ਕਹਿੰਦੇ ਜਿਸ ਦਿਨ ਤੁਹਾਨੂੰ ਇਸ ਮਨ ਦੇ ਰਾਹੀਂ, ਮਤ ਦੇ ਰਾਹੀਂ ਗੁਰੂ ਦਾ ਸ਼ਬਦ ਸੁਣਨਾ ਆ ਗਿਆ, ਯਾਦ ਰੱਖੀਏ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਆਏ ਅਸੀਂ ਸਰੀਰਾਂ ਦੇ ਰੂਪ ਵਿੱਚ ਆਏ ਥੇ, ਪਰ ਸਾਹਿਬ ਕਹਿੰਦੇ ਜਦੋਂ ਝੁਕਣਾ ਹੈ, ਜਦੋਂ ਦਰਸ਼ਨ ਕਰਨੇ ਨੇ, ਜਦੋਂ ਗੁਰੂ ਕੋਲ ਬੈਠਣਾ ਹੈ, ਇਹ ਅੱਖਾਂ ਪਹਿਲਾ ਸਾਧਨ ਨੇ ਗੁਰੂ ਦੇ ਦਰਸ਼ਨ ਕਰਨ ਦਾ। ਪਰ ਇਹਨਾਂ ਸਰੀਰਕ ਅੱਖਾਂ ਤੋਂ ਅੱਗੇ ਚੱਲਣਾ ਹੈ, ਸੁਰਤੀ ਨੂੰ ਅੱਖਾਂ ਬਣਾਉਣਾ। ਪਾਤਸ਼ਾਹ ਕਹਿੰਦੇ ਐਵੇਂ ਨਹੀਂ ਗੁਰੂ ਦੇ ਦਰਸ਼ਨ ਹੋਣੇ, ਏਦਾਂ ਨਹੀਂ ਗੁਰੂ ਦੇ ਨਾਲ, ਸ਼ਬਦ ਨਾਲ ਸਾਂਝ ਪੈਣੀ। ਪਾਤਸ਼ਾਹ ਗੁਰੂ ਅੰਗਦ ਸਾਹਿਬ ਦਾ ਬਚਨ ਹੈ, ਪੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਏ। ਭੈ ਭਾਵਨੀ ਆਪਣੇ ਅੰਦਰ, ਇਹ ਚਰਨ ਬਣਾਓ। ਅਜੇ ਤੇ ਪੈਰਾਂ ਦੇ ਚਰਨ ਨੇ ਨਾ, ਜਿਹੜੇ ਪੈਰਾਂ ਦੇ ਨਾ, ਅਸੀਂ ਪੈਰਾਂ ਨਾਲ ਚੱਲ ਕੇ ਆਏ ਆ। ਮਹਾਰਾਜ ਕਹਿੰਦੇ ਹੁਣ ਇਹ ਪੈਰ ਇੱਥੇ ਤੱਕ ਸੀ, ਹੁਣ ਇਹਨਾਂ ਪੈਰਾਂ ਤੋਂ ਅੱਗੇ ਭੈ ਭਾਵਨੀ ਨੂੰ ਚਰਨ ਬਣਾਓ, ਜਿਹੜੇ ਗੁਰੂ ਦੇ ਸ਼ਬਦ ਤੱਕ ਚੱਲ ਕੇ ਜਾ ਸਕਣ, ਗੁਰਮਤ ਮਾਰਗ ਦੇ ਪਾਂਧੀ ਬਣ ਸਕੀਏ ਅਸੀਂ। ਇਹ ਭੈ ਕੇ ਚਰਨ ਕਰ ਭਾਵ ਕੇ, ਹੱਥਾਂ ਨਾਲ ਕੁਝ ਭੇਟਾਵਾਂ ਅਰਪਿਤ ਕੀਤੀਆਂ ਕਿਰਤ ਕਮਾਈ ਚੋਂ ਮੁਬਾਰਕ। ਇਹ ਹੱਥ ਜੁੜੇ, ਇਹ ਹੱਥ ਝੁਕੇ, ਇਹ ਹੱਥ ਅੱਡੇ ਗਏ, ਮੁਬਾਰਕ। ਪਰ ਮਹਾਰਾਜ ਕਹਿੰਦੇ ਹੁਣ ਇਸ ਤੋਂ ਅੱਗੇ ਚੱਲਣਾ, ਇਹਨਾਂ ਹੱਥਾਂ ਨੂੰ ਕਰ ਭਾਵ ਕੇ, ਅੰਦਰ ਦਾ ਸੁੱਚਾ ਪਿਆਰ, ਇਹਨਾਂ ਨੂੰ ਆਪਣੇ ਹੱਥ ਬਣਾਉਣਾ ਹੈ। ਤੁਹਾਡੇ ਆ ਸਰੀਰਕ ਹੱਥ ਨਹੀਂ, ਤੁਹਾਡੇ ਅੰਦਰ ਦਾ ਪਿਆਰ ਇਹ ਹੱਥ ਬਣਨ। ਤੁਹਾਡਾ ਅੰਦਰ ਦਾ ਪਿਆਰ ਤਰਲਾ ਬਣ ਕੇ, ਪਿਆਸ ਬਣ ਕੇ, ਪੁਕਾਰ ਬਣ ਕੇ ਗੁਰੂ ਸਾਹਮਣੇ ਪੁਕਾਰਨ ਦੇ ਲਈ ਸਮਰੱਥ ਹੋ ਜਾਵੇ। ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ। ਅਜੇ ਤੇ ਇਹਨਾਂ ਅੱਖਾਂ ਨਾਲ, ਸਰੀਰ ਦੀਆਂ ਅੱਖਾਂ ਨਾਲ ਹੀ ਗੁਰੂ ਦੇ ਦਰਸ਼ਨ ਕੀਤੇ, ਸਰੀਰ ਦੀਆਂ ਅੱਖਾਂ ਨਾਲ ਹੀ ਗੁਰੂ ਦੇ ਸਤਸੰਗੀਆਂ ਦੇ ਦਰਸ਼ਨ ਕੀਤੇ। ਹੁਣ ਮਹਾਰਾਜ ਕਹਿੰਦੇ
अपनी सुरत नूं अखां बनाउणा सिੱਖਣਾ है। लोयण सुरत करे। जे कल्ले शरीरां नाल शरीर दीआं अखां नाल देखांगे बड़ी गड़बड़ हो जाती है। घट वध आपां सारिआं नूं पता है। शरीर दीआं अखां नाल देखदिआं जे मन दीआं मत दीआं सुरती दीआं अखां नहीं बननियां तो इत्थे बैठिਆਂ ਨੂੰ मन जुड़दा ही नहीं। मन भटक जाता होर पासे, अखां नाल ही देखते रह जाने आ, जां इन्हां अखां विच नींद आ जाती है, उबासियां आउण लग जांदियां। नहीं, पातशाह कहंदे इस शरीर दीआं अखां नाल देखदिआं सुरती दीआं अखां ते उह सुरती दे विच भै भाव नहीं होवे। ਉਹ ਟਿਕਟਕੀ ਲਾ ਕੇ ਜਦੋਂ ਗੁਰੂ ਵੱਲ ਦੇਖੇ, ਜਿਹਦਾ ਭਗਤ ਕਬੀਰ ਜੀ ਕਹਿੰਦੇ ਐ, ਹਮ ਕੂਕਰ ਤੇਰੇ ਦਰਬਾਰ ਭੌਂਕੈ ਆ ਗਏ ਬਦਨ ਪਸਾਰ। ਇੱਥੇ ਟਿਕਟਕੀ ਲਾ ਕੇ ਦੇਖ ਰਿਹਾ। ਕਹਿੰਦੇ ਮੈਂ ਤੇ ਪਿਛਲੇ ਜਨਮਾਂ ਤੋਂ ਇਹੀ ਕਰਦਾ ਆ ਰਿਹਾ ਸੀ, ਪਰ ਮੇਰੀ ਘਲਣਾ ਅਜੇ ਸੁਰਤੀ ਦੀ ਘਲਣਾ, ਮਨ ਦੀ ਘਲਣਾ ਸ਼ਾਇਦ ਨਾ ਬਣ ਸਕੀ, ਤਾਂ ਹੀ ਮੈਨੂੰ ਦੁਬਾਰਾ ਭੇਜਿਆ ਗਿਆ ਕਿ ਚੱਲ। ਤੇ ਕਹਿੰਦੇ ਹੁਣ ਨਹੀਂ ਮੈਂ ਇਹ ਗਲਤੀ ਕਰਨੀ, ਹੁਣ ਨਹੀਂ ਮੈਂ ਇਹ ਅਵੇਸਲਾਪਣ ਲਿਆਉਣਾ। पूर्व जन्म हम तुमरे सेवक अब तो मिटिया ना जाए, तेरे द्वारा तुम सहज की माथा मेरे दगाए। ऐ गुरमत मार्ग है भलिओ जिहड़ा मैनू ते तुहानू सिख रूप विच दृढ़ करवाया जा रहा है। भट्ट नल जी कहंदे कच्चों कंचन भयो शब्द गुर श्रवण सुनियो। गुरु दा शब्द शरीर दे कन्नां नाल सुणदियां सुरती दे कन्नां नाल सुणन दी जदों जाच आ गई तो कच तो कंचन हो गया, भटमुला हो गया मेरा मन। हुण कटकिया भटकने वाली अवस्था विच नहीं रहा, काम क्रोध लोभ मोह हंकार दे वस विच नहीं रहा। हुणे गुरु दे शब्द विच दे वस विच आ गया ते गुरु दा शब्द इत्थे वस गया ते हुण मैं उच्ची आवाज विच कह सकदा, नस मन्यो किल विखो करता घर आया, दूतन दैन पाया गोविंद प्रगटाया। साहब कहंदे इदां इस गुरमत दे मार्ग दे पांधी बन के जदों चलोगे, बिखते अमृत होयो नाम सतगुर मुख भणियो। जदों मुख तो सतगुरु जी दा अनंत गुणा वाला नाम गुणगान मुख तो उचारण करोगे ते मुख तो उचारण करदियां मन नाल उचारण करना सिख लओगे तां साहब जी कहंदे जिन्नी भी अंदर विकारां दी जहर है वो गुणां दे अमृत नाल बदल जाएगी। इसे करके गुरु रामदास साहब कहंदे हो गुरु दर ते आउण वालिओ ऐदां पुकारना सिखो। सतगुरु पुरख मिलाए औगुण विकणा गुण रमा। बलराम जीओ पातशाह मैनू सतगुरु मिला दिओ। इस भावना नाल मैं सतगुरु नूं मिला कि अपने औगण अपनियां ना समझियां अपनियां ऊणताइयां इत्थे वेच सकां ते वट्टे दे विच गुरु कोलों दैवी गुण वाहिगुरू जी दे सिमरन दियां सिफतां दियां दातां प्राप्त कर सकां, ये खरीद सकां। ये तां ही होना है जे अपने आप नूं गुरु नाल इस तरह दा सौदा करन लई मन करके मत करके तैयार किया जा सके। बिखते अमृत होयो नाम सतगुर मुख भणियो। मुख भणियो तो भाव मुख तो उचारण करना सीखिया मैं, ते मुख तो उचारण करदियां सुरती बिरती नाल उचारण करना दृढ़ करना सीख लिया। लोहों होयो लाल नदर सतगुर जद धारै। पातशाह कहंदे जदों यह प्रोसैस विचों इस जुगत विचों कोई गुरु का सिख निकलता है, भट्ट नाल जी कहंदे मैं निकलिया ते मेरे ते सतगुरु की नज़र हो गई। ते जदों सतगुरु की नज़र हुई फिर लोहों होयो लाल। निगुणा जंग खाधा लोहा जिहड़ा किसी काम नहीं आउंदा वो लाल माणक विच बदल गया। कीमती माणक मोतियां वांग वडमुला हो गया। नदर सतगुरु जद धारै। जदों सतगुरु नदर करन मैं फिर बेनती करा, नदर उदों होनी है जदों पहला अपनी नज़र जिहड़ी है वो गुरु वल टिकटिकी लगा के देखण लई तैयार हो जाए। पहला कदम साडा
सिख कहाउण वालियां दा कि गुरु दी नज़र दा पात्र बनन वास्ते टिक टिकी ला के दृढ़ भरोसे नाल इधर देखना आ जाए, गुरु दे शब्द नाल साडी सुरती बिरती जुड़नी आ जाए, मन दियां अखां नाल सुरती दियां अखां नाल गुरु दे शब्द दे दर्शन करने आ जाण। मैं बेनती करां, असीं रुमाले पा ले कीमती तो कीमती, तुहाडी शरधा दा सत्कार दा प्रगटावा हो गया, अंदर गुरु ग्रंथ साहब ने, पर याद रखिए असीं कागजां दे पुजारी नहीं आ, असीं अखरां दे पुजारी नहीं आ। असीं इन्हां अखरां राहीं, इस कागज दे उत्ते कलम दवात राहीं अखरां द्वारा प्रगट कीते हुए गुरु दे बख्शे ज्ञान दे पुजारी आ। और इस तो भी अगे मैं बेनती करां, असीं पूजक नहीं आ कल्ले। मत्था टेकना गुरु दी पूजा दा, गुरु दे दी आराधना दा प्रमाण है, पर महाराज कहंदे मैं तुहानू कल्ले गुरु पूज नहीं बनाउणा, मैं गुरु दे शब्द दे धारनी बनाउणा है, धारक बनाउणा है। गुरु पूजक होना पहला कदम है, पर गुरु शब्द दे धारक बनना नतीजे इहदे नाल निकलणे ने। मत्था ते दातू होरी भी टेकदे होणगे अपने पिता नूं, दासू होरी भी टेकदे होणगे, प्रीति चंद भी मत्था टेकदा होएगा, पर गुरु पूजक होण दे नाल गुरु दी बख्शिश नहीं, गुरु दे शब्द दे धारक होना है, गुरु दे शब्द दे धारनी बनना है, उहदे अनुसार जीउण लई अपने जीवन नूं गुरु दे अर्पित करना है। ते गुरु नूं बेनतियां करनियां, पातशाह मैनू ते अपने जीवन नूं बख्शिश दा पात्र बनाउण दी घाड़त कढ़नी नहीं आई, मैं ते अणघड़े पत्थर वांग आ, तुहाडे सामने आ। इनू अपने शब्द की हथौड़ी नाल, अपने ज्ञान की छैणी नाल इदां कढ़ लो जिदां दा मैं तुहाडे दर ते प्रवान हो जावां। ओहो जिहा बुत मेरे विचों सिख दा कढ़ लो जिहड़ा तुहानू चंगा लगे, मैं ते अणघड़े पत्थर वांग आ। साहब कहंदे इदां टिकटकी ला के जदों पुकार करनी सिखोगे ना, इदां बेनतियां करनियां सिखोगे। अज ते चल के आए हो, कल नूं हो सकदा है तुहानू चलण दी लोड़ ना पवे, गुरु तुहाडे कोल चल के आ जावे। और इदां हुंदा रहा इतिहास विच, एक नहीं अनगिणत मिसालां इहो जिहियां पईयां ने जिथे गुरु के कहाउण वालियां ने, भावें वो माई भाग भरी सी, भावें भाई मुगलू जी वर्गे पिखी विच रहण वाले, पिंड च रहण वाले, उन्हां कोल सतगुरु खुद चल के गए ने। माता भाग भरी दियां श्रीनगर विच रहिंदी दियां अखां दी नज़र भी चली गई सरीरक तौर ते, पर लोयन सुरत करे दी उन्होंने जाच आ गई सी, ते धन गुरु हरगोबिंद पातशाह आप चल के गए ने। सरीरक अखां नाल ते दर्शन करन दे योग भी नहीं सी रही, पर मन दियां अखां, सुरती दियां अखां खुलियां सी, वो सदा लई खुल गईयां सी, वो दिव्य दृष्टि आ गई सी। ते जदों गुरु हरगोबिंद साहब आए ते पुत्र ने ते पुछया, जदों दरवाजा खड़काया, सतगुरु ने इतिहास कहंदा दरवाजा खड़काया ते पुत्र ते कहंदा कौन है, पर माई भाग भरी कहंदी होर कौन हो सकदा, मेरा लोक परलोक दा सुखदाता धन गुरु हरगोबिंद साहब तो बगैर होर कौन हो सकदा, ओही आए ने, खोल दे दरवाजा। भाई मुगलू जी गुरु हरगोबिंद साहब दे कोल जुड़दियां जुड़दियां आउंदियां आउंदियां एडा गुरु नूं रिझाउण विच समर्थ हो गए, सफल हो गए। एक बेनती की सच्चे पातशाह, मेरी एक मन की रीझ है कि जदों मैं सरीरक तौर पर इस संसार चों जाण लगा, मेरे अंतम सवास तुहाडे चरनां दे विच पूरे हो। किन्नी क सुच्ची रीझ नाल बेनती कीती होएगी भला, किन्ना क समर्पण भावना, किन्ना क सुच्चा जिहा अदब सत्कार शरधा उन्हां दे अंदर होनी। गुरु हरगोबिंद साहब प्रसन्न हो गए, कहंदे जदों समा आया भाई मुगलू इदां ही होवेगा। ते इतिहास दसदा है 9वें जामे च गुरु तेग बहादुर पातशाह हजूर
ਜਦੋਂ ਔਰੰਗਜ਼ੇਬ ਦੇ ਸੱਦੇ ਤੇ ਇੱਧਰੋਂ ਜਾ ਰਹੇ ਨੇ ਮਾਲਵਾ ਦੇਸ਼ ਦਾ ਰਟਨ ਕਰਦੇ ਕਰਦੇ, ਤੇ ਭਾਈ ਮੁਗਲੂ ਆਪਣੇ ਅੰਤਮ ਸਵਾਸਾਂ ਤੇ ਨੇ, ਜੀਵਨ ਯਾਤਰਾ ਪੂਰੀ ਹੋਣ ਲੱਗੀ ਹੈ, ਪੂਰੀ ਨਹੀਂ ਹੋਣ ਲੱਗੀ, ਸਫਲ ਹੋਣ ਲੱਗੀ। ਤੇ ਪੁਕਾਰਿਆ, ਪਾਤਸ਼ਾਹ ਮੇਰੇ ਨਾਲ ਤੁਸੀਂ ਬਚਨ ਕੀਤਾ ਸੀ, ਹੁਣ ਜਾਣ ਦਾ ਸਮਾਂ ਆ ਗਿਆ। ਤੇ ਗੁਰੂ ਤੇਗ ਬਹਾਦਰ ਸਾਹਿਬ ਸਿੱਖ ਸੰਗਤਾਂ ਦੇ ਨਾਲ ਭਾਈ ਮੁਗਲੂ ਜੀ ਦੇ ਘਰ ਚਲੇ ਗਏ ਨੇ। ਇਹ ਅੰਤਰਜਾਮੀ ਸਤਿਗੁਰੂ ਦੀ ਅਕੱਤ ਕਥਾ ਹੈ, ਏਦਾਂ ਨਹੀਂ ਸਮਝ ਆਉਂਦੀ, ਮਨ ਨੂੰ ਅਰਪਿਤ ਕਰਨਾ ਪੈਂਦਾ ਹੈ। ਮੈਂ ਦੱਸੇ ਹੋ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਇਆ, ਤੇ ਸਾਹਿਬ ਕਹਿੰਦੇ ਉੱਤਰ ਇੱਕੋ ਹੀ ਹੈ, ਮਨ ਅਰਪਿਓ ਹਉਮੈ ਤਜੋ ਇਤ ਪੰਥ ਜੁਲਾਈਆ। ਇਸ ਮਾਰਗ ਤੇ ਜਦੋਂ ਚੱਲੋਗੇ ਇਹ ਸੱਚ ਤੁਹਾਡੇ ਜੀਵਨ ਪ੍ਰਭੂ ਮਿਲਾਪ ਦਾ, ਗੁਰੂ ਮਿਲਾਪ ਦਾ ਪ੍ਰਗਟ ਹੋ ਜਾਏਗਾ। ਭਾਈ ਮੁਗਲੂ ਨੂੰ ਗੋਦੀ ਵਿੱਚ ਪਾ ਕੇ ਸੱਚੀ ਪਾਤਸ਼ਾਹ ਅਨੰਤ ਮੇਹਰਾਂ ਦਾ ਮੀਂਹ ਵਰਾਉਂਦੇ, ਤੇ ਭਾਈ ਮੁਗਲੂ ਜੀ ਦਾ ਜੀਵਨ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਵਾਲਾ ਹੋ ਗਿਆ। ਪੱਟ ਨਲ ਜੀ ਉਹੀ ਬਚਨ ਕਰ ਰਹੇ ਨੇ, ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ। ਜੋ ਗੁਰੂ ਨੇ ਗਿਆਨ ਸ਼ਬਦ ਰੂਪੀ ਬਖਸ਼ਿਸ਼ ਕੀਤਾ, ਇਹਨੂੰ ਪੜ੍ਹਦਿਆਂ ਸੁਣਦਿਆਂ ਵਿਚਾਰਦਿਆਂ ਜਦੋਂ ਇਹਦਾ ਜਾਪ ਕਰਾਂਗੇ ਤਾਂ ਕਹਿੰਦੇ ਪੱਥਰ ਜਿਹੜਾ ਨਿਗੁਣਾ ਉਹ ਮਾਨਕ ਰੂਪ, ਮੋਤੀ ਰੂਪ, ਹੀਰੇ ਦੇ ਰੂਪ ਦੇ ਵਿੱਚ ਤਬਦੀਲ ਹੋ ਜਾਏਗਾ, ਜਿਹਦੀ ਕੋਈ ਕੀਮਤ ਨਹੀਂ। ਕਾਠੋਂ ਸ਼੍ਰੀ ਖੰਡ ਸਤਿਗੁਰੂ ਕੀਓ ਦੁੱਖ ਦਰਿਦਰ ਤਿਨ ਕੇ ਗਏ। ਕਾਠ ਕਹਿੰਦੇ ਲੱਕੜੀ, ਆਮ ਸਧਾਰਨ ਲੱਕੜੀ, ਪਰ ਜਦੋਂ ਸਤਿਗੁਰੂ ਦੀ ਮਿਹਰ ਹੁੰਦੀ ਹੈ ਇਹ ਚੰਦਨ ਵਰਗਾ ਕੀਮਤੀ ਜੀਵਨ ਹੋ ਜਾਂਦਾ ਹੈ। ਉਹਨਾਂ ਦੇ ਦੁੱਖ ਦਰਿਦਰ ਸਾਰੇ ਮੁੱਕ ਜਾਂਦੇ ਨੇ। ਸਤਿਗੁਰੂ ਚਰਨ ਜਿਨ ਪਰਸਿਆ ਸੇ ਪਸ਼ ਪਰੇਤ ਸੁਰ ਨਰ ਭਏ। ਪਸ਼ੂ ਬਿਰਤੀਆਂ ਸਾਡੇ ਅੰਦਰ ਹੈਗੀਆਂ, ਔਗਣ ਸਾਡੇ ਅੰਦਰ ਹੈਗੇ ਨੇ, ਪਰ ਪਾਤਸ਼ਾਹ ਕਹਿੰਦੇ ਜਦੋਂ ਸਤਿਗੁਰੂ ਦੇ ਚਰਨ ਪਰਸੇ ਕੋਈ ਨਾ, ਉਸ ਵੇਲੇ ਇਹ ਪਸ਼ੂ ਬਿਰਤੀਆਂ ਜਿਹੜੀਆਂ ਨੇ ਉਹ ਦੈਵੀ ਬਿਰਤੀਆਂ ਦੇ ਵਿੱਚ, ਦੇਵਤਿਆਂ ਵਾਲੀਆਂ ਬਿਰਤੀਆਂ ਦੇ ਵਿੱਚ ਤਬਦੀਲ ਹੋ ਜਾਂਦੀਆਂ। ਉਹ ਦੈਵੀ ਬਿਰਤੀਆਂ ਹੀ ਕਾਰਨ ਬਣਦੀਆਂ ਨੇ ਸੁਖ ਸਾਧਨ ਦਾ, ਸੁਖਮਈ ਅਵਸਥਾ ਦਾ, ਆਨੰਦਮਈ ਅਵਸਥਾ ਦਾ। ਗੁਰੂ ਕਿਰਪਾ ਕਰਨ। ਪੱਟ ਨਲ ਜੀ ਦਾ ਆਪਣਾ ਹੀ ਅਨੁਭਵ ਦੇ ਵਿੱਚੋਂ ਨਿਕਲਿਆ ਹੋਇਆ ਆਨੰਦਮਈ ਨਤੀਜਿਆਂ ਵਾਲਾ ਇਹ ਬਚਨ ਸਾਨੂੰ ਸੁਰਤੀਆਂ ਕਰਕੇ, ਮਨ ਕਰਕੇ ਪੜ੍ਹਨਾ, ਸੁਣਨਾ, ਵਿਚਾਰਨਾ ਆ ਜਾਏ, ਤੇ ਸਤਿਗੁਰੂ ਦੇ ਚਰਨਾਂ ਵਿੱਚ ਆਉਂਦਿਆਂ ਆਉਂਦਿਆਂ ਪੱਟ ਨਲ ਜੀ ਵਾਂਗ ਦ੍ਰਿੜ ਭਰੋਸੇ ਵਿੱਚ ਸਮਰਪਣ ਭਾਵਨਾ ਨਾਲ ਅਸੀਂ ਗੁਰੂ ਦੇ ਸਿੱਖ ਕਹਾਈਏ ਨਾ ਬਣ ਸਕੀਏ। ਇਹ ਅਰਦਾਸਾਂ ਬੇਨਤੀਆਂ ਦੇ ਨਾਲ ਇੰਨੇ ਸ਼ਬਦ ਪ੍ਰਵਾਨ ਕਰਨੇ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।